ਬੇਲੀਓ ਮੈਂ ਆ ਤੁਹਾਡਾ ਪ੍ਰਾਹੁਣਚਾਰਕ ਮੀਆਂ ਆਸਫ ਅਲੀ ਤੇ ਮੇਰੇ ਨਾਲ ਅੱਜ ਮੌਜੂਦ ਆ ਦੋ ਸਰਦਾਰ ਇੰਡੀਆ ਤੋਂ ਆਏ ਹੋਏ ਆ ਤੇ ਇਹਨਾਂ ਦੇ ਕੋਲੋਂ ਅਸੀਂ ਜਾਣਦੇ ਆ ਕਿ ਸੰਨ 47 ਵੇਲੇ ਇਹ ਕਿਉਂਕਿ ਉਦੋਂ ਇਧਰੋਂ ਗਿਆ ਸੀ ਤੇ ਉਦੋਂ ਕੀ ਹੋਇਆ ਸੀ। ਪਹਿਲੇ ਤੇ ਜੀ ਆਪਣਾ ਨਾਮ ਦੱਸੋ ਜੀ, ਕੀ ਨਾਂ ਤੁਹਾਡਾ? ਗੁਰਮੁਖ ਸਿੰਘ ਜੀ। ਤੁਹਾਡਾ ਕੀ ਨਾਂ ਜੀ? ਲਖਬੀਰ ਸਿੰਘ ਜੀ। ਤੁਹਾਡੇ ਵੱਡੇ ਜਿਹੜੇ ਸੀ ਉਹ ਇੱਥੋਂ ਕਿੱਥੋਂ ਗਏ ਸੀ? ਸਾਡੇ ਵੱਡੇ ਵਡੇਰੇ ਗਏ ਸਨ ਕਸੂਰ ਤੋਂ। ਕਸੂਰ ਦੇ ਨਾਲ ਜਿਹੜਾ ਗੰਡਾ ਸਿੰਘ ਵਾਲਾ ਆਪਣਾ ਹੈਡ ਹੈ ਨਾ, ਉਸ ਤੋਂ ਕਸੂਰ ਤੋਂ ਅਗਲੇ ਪਾਸੇ ਹੈਗਾ ਹੈ ਢੋਲਣ ਮੰਡੀ, ਨਾਲ ਸਮਾਨ ਮੰਡੀ, ਨਾਲ ਹੈਗਾ ਇਹ ਪਿੰਡ ਜੱਜਲ ਦਾਊ ਕੇ, ਇਹ ਪਿੰਡ ਆ ਉਧਰ। ਇੱਧਰੋਂ ਸਾਡੇ ਵੱਡੇ ਵਡੇਰੇ ਗਏ ਸਨ। ਤੇ ਜਿਹੜਾ ਸਾਡਾ ਪਿੰਡ ਹੈ ਢੋਲਣ, ਜਿਵੇਂ ਆਪਾਂ ਬੈਠੇ ਆ ਇਸ ਤਰ੍ਹਾਂ, ਆਹ ਪਿੰਡ ਆ, ਅੱਗੇ ਉਹਦੇ ਸਟੇਸ਼ਨ ਆ ਚੜ੍ਹਦੇ ਵਾਲੇ ਪਾਸੇ, ਲਹਿੰਦੇ ਵਾਲੇ ਪਾਸੇ ਢੋਲਣ ਮੰਡੀ ਹੈ, ਚੜ੍ਹਦੇ ਪਾਸੇ ਸਟੇਸ਼ਨ ਹੈ। ਤੇ ਜਾਣੀ ਕਿ ਅੱਧਾ ਕਿਲੋਮੀਟਰ ਦੀ ਵਾਰ ਤੇ ਸਟੇਸ਼ਨ ਸੀ। ਉੱਥੋਂ ਜਿਹੜੇ ਸਾਡੇ ਵੱਡੇ ਵਡੇਰੇ ਸਨ ਉਹ ਉੱਥੋਂ ਟ੍ਰੇਨ ਚੜ੍ਹਿਆ ਕਰਦੇ ਸਨ। ਤੇ ਜਦੋਂ 47 ਦੇ ਵਿੱਚ ਜਾੜੇ ਪਏ ਆ 47 ਦੇ ਵਿੱਚ, ਉਦੋਂ ਕੀ ਹੋਇਆ ਸੀ, ਕਿੱਦਾਂ ਗਏ ਫਿਰ? ਜਦੋਂ ਸੰਨ 47 ਵੇਲੇ ਜਦੋਂ ਉਜਾੜਾ ਹੋਇਆ ਨਾ, ਵੰਡ ਹੋਈ ਹੈ, ਜਿਹੜੇ ਸਾਡੇ ਬਾਪੂ ਸਨ, ਬਾਪੂ ਤਾਰਾ ਸਿੰਘ, ਉਹ ਸਾਨੂੰ ਦੱਸਿਆ ਕਰਦੇ ਸਨ ਕਿ ਸਾਡਾ ਜਿਹੜਾ ਉੱਥੇ 3 ਬਰਾਦਰੀਆਂ ਰਿਹਾ ਕਰਦੀਆਂ ਸਨ, ਮੁਸਲਮਾਨ ਵੀਰ ਤੇ 3-4 ਘਰ ਜਿਹੜੇ ਆ ਉਹ ਮਤਲਬ ਕਮੀਆਂ ਦੇ ਸਨ, ਤੇ ਬਾਕੀ ਅਸੀਂ ਜਿਹੜੇ ਹਾਂ ਰਾਜਪੂਤ ਸਰਦਾਰ ਸਾਂ। ਤੇ ਅਸੀਂ ਜਦੋਂ ਇੱਧਰੋਂ ਗਏ ਆ, ਅਸੀਂ ਬਿਲਕੁਲ ਅਮਨ ਅਮਾਨ ਨਾਲ ਗਏ ਆ, ਕਿਉਂਕਿ ਸਾਡੇ ਉਹ ਬਜ਼ੁਰਗ ਬਾਪੂ ਤਾਰਾ ਸਿੰਘ ਦੱਸਿਆ ਕਰਦੇ ਸਨ ਕਿ ਬਿਲਕੁਲ ਸਾਨੂੰ ਕਿਸੇ ਮੁਸਲਮਾਨ ਨੇ ਕੁਛ ਨਹੀਂ ਆਖਿਆ। ਸਾਨੂੰ ਅਸੀਂ ਜਦੋਂ ਉੱਠੇ ਆ, ਸਾਨੂੰ ਬਿਲਕੁਲ ਜਿਹੜਾ ਗੰਡਾ ਸਿੰਘ ਵਾਲਾ ਬਾਰਡਰ ਹੈ ਤੇ ਪਾਰ ਹੁਸੈਨੀ ਵਾਲਾ ਹੈ, ਉਧਰੋਂ ਉਹ ਹੁਸੈਨੀ ਵਾਲਾ ਬਾਰਡਰ ਬਣਦਾ, ਇੱਧਰੋਂ ਗੰਡਾ ਸਿੰਘ ਵਾਲਾ ਬਣਦਾ ਹੈ। ਅਸੀਂ ਲੰਘ ਗਏ ਬਿਲਕੁਲ ਅਮਨ ਅਮਾਨ ਨਾਲ, ਸਾਨੂੰ ਕਿਸੇ ਨੇ ਕੁਛ ਨਹੀਂ ਆਖਿਆ। ਅਸੀਂ ਬੜੇ ਪਿਆਰ ਨਾਲ ਗਏ ਆ ਤੇ ਸਾਨੂੰ ਉਹ ਹੱਦ ਤੇ ਛੱਡ ਕੇ ਆਏ ਆ। ਤੇ ਜਿਹੜਾ ਸਮਾਨ ਸਮੂਨ ਸੀ ਘਰ ਦਾ ਉਹ ਵੀ? ਸਮਾਨ ਸਮੂਨ ਅਸੀਂ ਬਿਲਕੁਲ ਕੁਛ ਨਹੀਂ ਲਗਾਇਆ। ਸਾਰਾ ਕੁਝ ਜਿਹੜਾ ਅਸੀਂ ਜੰਦਰਾ ਲਾ ਕੇ ਵੀ ਅਸੀਂ ਆ ਹੀ ਜਾਣਾ, ਕਿਉਂਕਿ ਸਾਡਾ ਉਹਦਾ ਘਰ ਹੈ। ਕੋਈ ਹੋਰ 2 ਦਿਨ ਅਸੀਂ ਪਾਸੇ ਰਹਾਂਗੇ, 4 ਦਿਨ ਰਹਾਂਗੇ। ਅਸੀਂ ਜਿਹੜੀਆਂ ਚਾਬੀਆਂ ਸਨ ਉਹ ਉਹਨਾਂ ਨੂੰ ਦੇ ਕੇ ਗਏ, ਜਿਹੜੇ ਸਾਡੇ ਗਵਾਂਢੀ ਸਨ, ਉਹਨਾਂ ਦਾ ਮੈਨੂੰ ਨਾਮ ਵਿਸਰ ਗਿਆ, ਸਾਨੂੰ ਦੱਸਿਆ ਹੀ ਸਾਡੇ ਵੱਡੇ ਵਡੇਰਿਆਂ ਨੇ, ਉਹਨਾਂ ਦਾ ਨਾਮ ਸਾਥੋਂ ਵਿਸਰ ਗਿਆ। ਉਹਨਾਂ ਚਾਬੀਆਂ ਦੇ ਗਏ ਆ ਤੇ ਫਿਰ ਅਸੀਂ ਸਾਰਾ ਕੁਝ ਉਹਨਾਂ ਨੂੰ ਅਸੀਂ ਦੇ ਕੇ ਮੈਂ ਚਲੇਗਾ। ਉਸ ਤੋਂ ਬਾਅਦ ਫਿਰ ਨਹੀਂ ਕੋਈ ਸਬੱਬ ਬਣਿਆ ਆਉਣ ਜਾਣ ਦਾ। ਹਾਂ, ਹੁਣ ਮੇਰੀ ਉਮਰ ਜਿਹੜੀ ਏਜ ਹੈ ਉਹ ਘੱਟੋ ਘੱਟ 42-43 ਸਾਲ ਦੀ ਹੋ ਗਈ ਆ ਹੁਣ। ਤੇ ਹੁਣ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਸੀ ਕਿ ਸਤਿਗੁਰੂ ਕਿ ਸਾਨੂੰ ਇੱਕ ਵਾਰੀ ਜਿਹੜੇ ਸਾਡੇ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਕਰਾਓ, ਤੇ ਅਸੀਂ ਜਿਹੜੇ ਸਾਡੇ ਮੁਸਲਮਾਨ ਵੀਰ ਨੇ ਅਸੀਂ ਉਹਨਾਂ ਨੂੰ ਮਿਲੀਏ, ਕਿਉਂਕਿ ਸਾਡਾ ਖੂਨ ਇੱਕ ਹੈ ਨਾ। ਇਹ ਸਾਡਾ ਸਾਰਾ ਇੰਡੀਆ ਹੀ ਹੈ, ਪੰਜਾਬ ਹੀ ਹੈ, ਇਹ ਸਾਡਾ ਸਾਰਾ ਖੂਨ ਹੈ। ਤੁਸੀਂ ਵੀ ਸਾਡੇ ਆਉਂਦੇ ਹੋ, ਕੋਈ ਬਗਾਨੇ ਨਹੀਂ ਹੈਗੇ। ਇਸ ਕਰਕੇ ਅਸੀਂ ਉੱਧਰ ਗਏ, ਸਾਨੂੰ ਕਿਸੇ ਨੇ ਕੁਛ ਨਹੀਂ ਆਖਿਆ। ਜਾ ਕੇ ਅਸੀਂ ਚਲੇ ਗਏ ਫਿਰੋਜ਼ਪੁਰ ਦੇ ਨਾਲ ਹੈ ਪਿੰਡ ਮਹਾਲਮ, ਜੋ ਸਾਰਾ ਹੀ ਮੁਸਲਮਾਨਾਂ ਦਾ ਸੀ। ਤੇ ਕੋਈ ਖੱਤਰੀਆਂ ਦੇ ਘਰ ਉਹ ਪੁਰਾਣੇ ਹਾਲੇ ਬੈਠੇ ਹੋਏ ਆ ਉੱਥੇ, ਤੇ ਅਸੀਂ ਜਾ ਕੇ ਬੈਠ ਗਏ ਆ। ਤੇ ਉਸ ਤੋਂ ਬਾਅਦ ਬੜੀ ਹੀ ਅਮਨ ਅਮਾਨ ਦੇ ਨਾਲ ਉੱਥੇ ਰਹਿ ਰਹੇ ਹਾਂ। ਅੱਛਾ, ਬਹੁਤ ਘੱਟ ਐਸੇ ਵਾਕਿਆਤ ਹੋਏ ਆ। ਬੜਾ ਚੰਗਾ ਲੱਗਦਾ ਜਦੋਂ ਕੋਈ ਐਵੇਂ ਦਾ ਅਸੀਂ ਵਾਕਿਆ ਸੁਣਦੇ ਆ ਕਿ ਬਗੈਰ ਕਿਸੇ ਕਿਸਮ ਦੇ ਮਸਲੇ ਤੋਂ ਜਿਹੜਾ ਕੋਈ ਬੰਦਾ ਗਿਆ, ਬਗੈਰ ਕਿਸੇ ਕਿਸਮ ਦੇ ਲੜਾਈ ਝਗੜੇ ਤੋਂ। ਅੱਛਾ, ਤੁਸੀਂ ਦੱਸੋ ਜੀ, ਤੁਹਾਡੇ ਵੱਡੇ ਕਿੱਥੋਂ ਗਏ ਸੀ? ਇਹ ਜੀ ਵਰਨ ਪਿੰਡ ਸੀ ਸਾਡਾ, ਸ਼ੇਖਪੁਰਾ ਜ਼ਿਲ੍ਹਾ ਸੀ। ਇੱਥੋਂ ਗਏ ਹਨ ਇਹ। ਬਸ ਇਹ ਵੀ ਉਦੋਂ ਅਮਨ ਮਾਨ ਦੀ ਤੁਰ ਚਲੇ ਗਏ ਹਨ, ਜਿਵੇਂ ਬਾਬਾ ਜੀ ਨੇ ਦੱਸਿਆ। ਇਹ ਵੀ ਜੰਦਰੇ ਮਾਰ ਕੇ ਤੇ ਚਲੇ ਗਏ ਹਨ, ਬਸ ਵੀ ਆ ਹੀ ਜਾਣਾ ਵਾਪਸ। ਫਿਰ ਉਸ ਤੋਂ ਬਾਅਦ ਇਹ ਆਏ ਹੀ ਨਹੀਂ, ਨਾ ਕੋਈ ਸਵਾਬ ਬਣਿਆ ਹੈ ਤੇ ਆਏ ਹੀ ਨਹੀਂ। ਹਾਂ, ਮੇਰੇ ਫਾਦਰ ਸਾਹਿਬ ਦਾ ਜਨਮ ਵੀ ਉੱਧਰ ਦਾ ਹੀ ਹੈ। ਫਿਰ ਕਰਨਾਲ ਦੇ ਕੋਲ ਪਹਿਲਾਂ ਉੱਥੇ ਰਹਿੰਦੇ ਹਾਂ, ਉੱਥੇ ਜ਼ਮੀਨ ਜਮੂਨ ਅਲਾਟ ਹੋ ਗਈ ਸੀ, ਉੱਥੇ ਰਹਿੰਦੇ ਹਾਂ ਪਾਣੀਪਤ ਏਰੀਏ 'ਚ। ਤੇ ਇੱਥੇ ਸ਼ੇਖੂਪੁਰੇ 'ਚ ਬਾਅਦ 'ਚ ਬਹੁਤ ਕਤਲਾਮ ਵੀ ਹੋਇਆ ਸੀ, ਬਹੁਤ ਵੱਢ ਟੁੱਕ ਹੋਈ ਸੀ, ਉਹ ਤੁਹਾਡੇ ਤੋਂ ਬਾਅਦ ਹੋਈ ਸੀ? ਉਹ ਸਾਡੇ ਤੋਂ ਬਾਅਦ ਹੋਈ ਆ ਜੀ। ਹਾਂਜੀ, ਉਹ ਸਾਡਾ ਦਾਦੇ ਜੀ ਹੋਰੀ ਦੱਸਦੇ ਹੁੰਦੇ ਹਨ ਵੀ ਉਹ ਬਾਅਦ 'ਚ ਹੋਈ ਆ। ਅਸੀਂ ਉਦੋਂ ਛੋਟੇ ਛੋਟੇ ਹਾਂ। ਤੇ ਹਾਂਜੀ, ਅਸੀਂ ਪਹਿਲਾਂ ਕਾਹਦੇ ਤੇ ਬਾਰਡਰ ਪਾਰ ਕੀਤਾ ਸੀ, ਕਾਹਦੇ ਤੇ ਗਏ ਸੀ? ਇਹ ਗੱਡੇ ਗੁੱਡੇ ਹੁੰਦੇ ਹਨ, ਉਦੋਂ ਗੱਡਿਆਂ ਤੇ ਗਏ ਨੇ ਜੀ। ਤੇ ਤੁਹਾਡੇ ਵੜਕੇ ਕਾਹਦੇ ਤੇ ਗਏ ਸੀ? ਅਸੀਂ ਸਾਡਾ ਲਾਗਾ ਸੀ ਕਸੂਰ ਤੋਂ, ਸਾਨੂੰ ਹੈਗਾ ਸੀ 25 ਕਿਲੋਮੀਟਰ। ਜਿਹੜੇ ਸਾਡੇ ਵੱਡੇ ਵਡੇਰੇ ਸੀ ਉਹ ਤੁਰ ਕੇ ਚਲੇ ਗਏ ਸੀ, ਇੱਥੋਂ ਪਾਰ ਹੋ ਗਏ ਸੀ। ਹਾਂਜੀ ਹਾਂਜੀ, ਕਿਉਂਕਿ ਸਾਡੇ ਬਿਲਕੁਲ ਨਜ਼ਦੀਕ ਹੈ ਨਾ ਫਿਰੋਜ਼ਪੁਰ, ਇੱਥੋਂ ਕਸੂਰ ਤੋਂ ਸਾਰਾ 20-22 ਕਿਲੋਮੀਟਰ ਹੈ, ਹੱਦ 25 ਕਿਲੋਮੀਟਰ ਹੈ। ਤੇ ਅਸੀਂ ਉੱਥੋਂ ਪਾਰ ਹੋ ਗਏ, ਨਾਲ ਹੀ ਸਾਡਾ ਫਿਰੋਜ਼ਪੁਰ ਸ਼ਹਿਰ ਹੈ, ਤੇ ਨਾਲ ਹੀ ਪਿੰਡ ਮਹਾਲਮ 7 ਕਿਲੋਮੀਟਰ ਤੇ ਮਹਾਲਮ ਸਟੇਸ਼ਨ ਵੀ ਹੈ। ਅੱਛਾ, ਤੇ ਤੁਹਾਡੇ ਵੱਡੇ ਜਿਹੜੇ ਸੀ ਉਹਨਾਂ ਦੀ ਬਾਅਦ 'ਚੋਂ ਚਾਅ ਸੀਗਾ ਕਿ ਆਪਣਾ ਦੇਖਣ ਆਉਣ ਸਾਰਾ ਕੁਝ? ਹਾਂਜੀ, ਉਹ ਮੈਨੂੰ ਦੱਸਦੇ ਹੁੰਦੇ, ਮੇਰੇ ਅੰਦਰ ਸ਼ੌਂਕ ਸੀ। ਹਾਲੇ ਵੀ ਸਾਡਾ ਇੱਕ ਬਜ਼ੁਰਗ ਹੈ ਜਿਹੜਾ ਇੱਧਰੋਂ ਗਿਆ ਆ, ਉਹਦੀ ਉਮਰ ਘੱਟੋ ਘੱਟ ਇਸ ਟਾਈਮ 90 ਸਾਲ ਦੇ ਕਰੀਬ ਹੈ। ਇੱਕ ਸਾਡਾ ਇੱਧਰੋਂ ਗਿਆ ਹੋਇਆ, ਉਹਦੀ ਉਮਰ ਹੈਗੀ ਹੈ 85 ਸਾਲ, ਉਹ ਬਿਲਕੁਲ ਬਜ਼ੁਰਗ ਹਾਲੇ
ਚੜ੍ਹਦੀ ਕਲਾ 'ਚ ਨੇ ਬਿਲਕੁਲ, ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦੇ ਸਰੀਰ ਤੇ ਕੋਈ ਲੋੜ ਨਹੀਂ। ਉਹ ਸਾਨੂੰ ਮਤਲਬ ਅਸੀਂ ਉਹਨਾਂ ਨੂੰ ਪੁੱਛਿਆ, ਬਾਬੂ ਤੁਹਾਡਾ ਜਾਣ ਨੂੰ ਜੀ ਨਹੀਂ ਕਰਦਾ? ਉਹ ਕਹਿੰਦੇ ਪੁੱਤ ਜਾਣ ਨੂੰ ਜੀ ਤਾਂ ਬਹੁਤ ਕਰਦੇ, ਪਰ ਹੁਣ ਸਾਥੋਂ ਤੁਰਿਆ ਨਹੀਂ ਜਾਂਦਾ ਤੇ ਸਾਡਾ ਜਿਹੜਾ ਸਰੀਰ ਹੈ ਹੁਣ ਉਹ ਬਜ਼ੁਰਗ ਹੋ ਚੁੱਕਿਆ ਹੈ। ਹਾਂਜੀ। ਲਓ ਜੀ, ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਬਹੁਤ ਪਤਾ ਲੱਗਿਆ, ਤੇ ਉਹਨਾਂ ਬਜ਼ੁਰਗਾਂ ਦੇ ਨਾਲ ਵੀ ਕਦੀ ਹੋ ਸਕੇ ਤਾਂ ਰਾਬਤਾ ਕਰਾਂਗੇ, ਤੇ ਹੋ ਸਕਦਾ ਕਿ ਉੱਧਰੋਂ ਬੇਨਤੀ ਇੱਕ ਨਿੱਕੀ ਜੀ ਤੁਹਾਡੇ ਅੱਗੇ, ਤੁਹਾਡਾ ਦੇਣ ਨਹੀਂ ਦੇ ਸਕਦੇ। ਬਾਬਾ ਸੱਤੋ ਪੀਰ ਤੇ ਜਾ ਵਰਨ ਪਿੰਡ ਜਿਹੜਾ ਹੈ, ਬਾਬਾ ਸੱਤੋ ਪੀਰ ਜਿਹੜਾ ਉਹ ਸਾਡੇ ਵਿਰਕਾਂ 'ਚ ਸੀ। ਹਾਂਜੀ, ਵਿਰਕਾਂ 'ਚ ਕਹਿੰਦੇ ਹਨ ਵੀ ਪੈਦਾ ਹੋਇਆ ਹੈ। ਤੇ ਮਤਲਬ ਸੋਸ਼ਲ ਮੀਡੀਆ ਰਾਹੀਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਦੋਵਾਂ ਸਰਕਾਰਾਂ ਨੂੰ, ਕਿਉਂਕਿ ਇਹ ਦੋਵੇਂ ਹੀ ਦੇਸ਼ ਆਪਣੇ ਆ। ਸਾਡੀ ਹੱਥ ਜੋੜ ਕੇ ਦੋਵਾਂ ਸਰਕਾਰਾਂ ਨੂੰ ਇਹ ਬੇਨਤੀ ਹੈ ਵੀ ਸਾਡੇ ਤੇ ਕਿਰਪਾ ਕਰੋ, ਆ ਪਾਸਪੋਰਟ ਵਾਲਾ ਝੰਜਟ ਹੀ ਮੁਕਾ ਦਿਓ, ਆਧਾਰ ਕਾਰਡ ਤੇ ਸਾਰੇ ਕਰ ਦਿਓ, ਇਹ ਸਾਰੇ ਕਰ ਦਿਓ, ਕਿਉਂਕਿ ਜਿਹੜੇ ਆ ਸਾਰੇ ਅਸੀਂ ਉੱਧਰ ਜਾਈਏ, ਉਹ ਇੱਧਰ ਆਉਣ, ਅਸੀਂ ਰਲ ਮਿਲ ਕੇ ਇੱਕ ਦੂਸਰੇ ਨੂੰ ਮਿਲੀਏ ਤੇ ਪਿਆਰ ਦੀ ਜ਼ਿੰਦਗੀ ਜਿਹੜੀ ਜੀ ਸਕੀਏ। ਕਿਉਂਕਿ ਮੁਸਲਮਾਨ ਵੀ ਸਾਡੇ ਵੀਰ ਨੇ, ਸਿੱਖ ਹਿੰਦੂ ਮੁਸਲਮਾਨ ਸਭ ਅਸੀਂ ਭਾਈ ਭਾਈ ਹਾਂ, ਕੋਈ ਸਾਡਾ ਕੋਈ ਪਰਾਇਆ ਨਹੀਂ ਹੈਗਾ। ਤੇ ਜਿਹੜਾ ਪਾਕਿਸਤਾਨ ਸਰਕਾਰ ਹੈ ਇਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਸਾਨੂੰ ਵੀਜ਼ਾ ਦਿੱਤਾ ਹੈ ਔਰ ਜਿਨ੍ਹਾਂ ਨੇ ਸਾਡੇ ਨਾਲ ਸਿਕਿਉਰਿਟੀ ਲਾ ਕੇ ਪੰਜਾ ਸਾਹਿਬ ਤੋਂ ਲੈ ਕੇ ਸਾਨੂੰ ਦਰਸ਼ਨ ਮੇਲੇ ਕਰਵਾ ਰਹੇ ਨੇ। ਅਸੀਂ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ, ਅਸੀਂ ਬਹੁਤ ਹੀ ਇਹਨਾਂ ਦੇ ঋਣੀ ਹਾਂ। ਲਓ ਜੀ, ਬੜਾ ਚੰਗਾ ਲੱਗਾ, ਤੇ ਡਨ ਹੋ ਗਿਆ। ਤੁਹਾਡੇ ਜਿਹੜੇ ਪਿੰਡ ਆ ਉਹ ਜ਼ਰੂਰ ਕਰਕੇ ਤੁਹਾਨੂੰ ਦਿਖਾ ਲਾਂਗੇ, ਭੇਜਾਂਗੇ ਵੀ, ਤੇ ਫਿਰ ਤੁਸੀਂ ਆਪ ਵੀ ਦੇਖਿਓ ਤੇ ਆਪਣੇ ਵਡਕਿਆਂ ਨੂੰ ਵੀ ਦਿਖਾਈਓ। ਥੈਂਕ ਯੂ।